ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 9ਵੀਂ ਜਮਾਤ ਲਈ ਛਾਪੀ ਹੋਈ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ ਪਹਿਲਾ ਵਿੱਚੋਂ ਬਾਬਾ ਫਰੀਦ ਜੀ ਦੇ ਸਲੋਕਾਂ ਦਾ ਅਧਿਐਨ ਕਰਾਂਗੇ। ਸਲੋਕਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਕੁਝ ਜਾਣ ਪਹਿਚਾਣ ਦੇਣਾ ਚਾਹਾਂਗੀ। ਬਾਬਾ ਫਰੀਦ ਜੀ ਪ੍ਰਸਿੱਧ ਪੰਜਾਬੀ ਸੂਫੀ ਕਵੀ ਹਨ। ਆਪ ਸੂਫੀ ਕਾਵਧਾਰਾ ਦੇ ਮੋਢੀ ਕਵੀ ਹਨ। ਮਤਲਬ ਭਾਰਤ ਵਿੱਚ ਸੂਫੀ ਕਾਵਧਾਰਾ ਦੇ ਸਭ ਤੋਂ ਪਹਿਲੇ ਕਵੀ ਬਾਬਾ ਫਰੀਦ ਜੀ ਸਨ। ਆਪ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਬਾਬਾ ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਨੂੰ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਆਪ ਦੇ ਪਿਤਾ ਦਾ ਨਾਂ ਸੁਲੇਮਾਨ ਸੀ ਅਤੇ ਮਾਤਾ ਮਰੀਮ ਜੋ ਬਹੁਤ ਨੇਕ ਅਤੇ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ। ਉਹਨਾਂ ਨੇ ਹੀ ਆਪ ਨੂੰ ਬਚਪਨ ਤੋਂ ਹੀ ਪਰਮਾਤਮਾ ਦੀ ਬੰਦਗੀ ਦੀ ਲਗਨ ਲਾਈ ਸੀ। ਆਪ ਦੇ ਵੱਡੇ ਵਡੇਰੇ ਅਫਗਾਨਿਸਤਾਨ ਦੇ ਸ਼ਾਹੀ ਖਾਨਦਾਨ ਨਾਲ ਸੰਬੰਧ ਰੱਖਦੇ ਸਨ। ਫਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਵਿੱਚੋਂ ਹਾਸਿਲ ਕੀਤੀ। ਫਿਰ ਉੱਚ ਵਿੱਦਿਆ ਲਈ ਆਪ ਮੁਲਤਾਨ ਚਲੇ ਗਏ। ਉੱਥੇ ਹੀ ਆਪ ਦਾ ਮੇਲ ਪ੍ਰਸਿੱਧ ਸੂਫੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਨਾਲ ਹੋਇਆ ਤੇ ਆਪ ਉਹਨਾਂ ਦੇ ਮੁਰੀਦ ਬਣ ਗਏ। ਮੁਰੀਦ ਦਾ ਭਾਵ ਹੁੰਦਾ ਹੈ ਚੇਲਾ। ਕਾਕੀ ਜੀ ਦੇ ਚਲਾਣੇ ਮਗਰੋਂ ਆਪ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਹੋਏ। ਫਿਰ ਆਪ ਅਯੋਧਨ ਆ ਟਿਕੇ। ਇਸ ਥਾਂ ਦਾ ਨਾਮ ਮਗਰੋਂ ਪਾਕਪਟਨ ਪੈ ਗਿਆ। ਇੱਥੇ ਹੀ 1266 ਈਸਵੀ ਵਿੱਚ 93 ਸਾਲ ਦੀ ਉਮਰ ਵਿੱਚ ਆਪ ਅੱਲਾ ਨੂੰ ਪਿਆਰੇ ਹੋ ਗਏ। ਬਚਪਨ ਤੋਂ ਹੀ ਆਪ ਸ਼ਰਅ ਦੇ ਬਹੁਤ ਪਾਬੰਦ ਸਨ। ਸ਼ਰਅ ਹੁੰਦਾ ਮੁਸਲਮਾਨਾਂ ਦਾ ਜਿਹੜਾ ਭਗਤੀ ਕਰਨ ਦਾ ਇੱਕ ਤਰੀਕਾ ਹੈ, ਉਹ ਚੀਜ਼ ਉਸਨੂੰ ਸ਼ਰਅ ਕਹਿੰਦੇ ਨੇ। ਆਪ ਨੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਭਜਨ ਸਿਮਰਨ ਕਰਦਿਆਂ ਗੁਜ਼ਾਰੀ। ਆਪ ਬੇਹੱਦ ਸਾਊ ਸੁਭਾਅ ਦੇ ਮਾਲਕ ਤੇ ਨਿਮਰਤਾ ਦੀ ਮੂਰਤ ਸਨ। ਫਰੀਦ ਜੀ ਨੇ ਫਾਰਸੀ ਅਤੇ ਲਹਿੰਦੀ ਪੰਜਾਬੀ ਭਾਸ਼ਾ ਵਿੱਚ ਰਚਨਾ ਲਿਖੀ। ਆਪ ਦੇ 112 ਸਲੋਕ ਅਤੇ 4 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਹਨ। ਨਾਸ਼ਮਾਨਤਾ, ਨਿਮਰਤਾ, ਗੁਰੂ ਦੀ ਸ਼ਰਨ, ਰੱਬ ਦੀ ਰਜ਼ਾ ਵਿੱਚ ਰਹਿਣਾ, ਪ੍ਰਭੂ ਪ੍ਰੇਮ, ਦਰਵੇਸ਼ੀ ਜੀਵਨ, ਸੰਜਮਤਾ, ਆਪੇ ਦੀ ਸਵੈ ਪੜਚੋਲ ਆਦਿ ਆਪ ਦੀ ਰਚਨਾ ਦੇ ਪ੍ਰਮੁੱਖ ਵਿਸ਼ੇ ਹਨ। ਅਸੀਂ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣਕਾਰੀ। ਹੁਣ ਅਸੀਂ ਤੁਹਾਡੇ ਸਿਲੇਬਸ ਵਿੱਚ ਸ਼ਾਮਿਲ ਉਹਨਾਂ ਦੇ ਸਲੋਕਾਂ ਬਾਰੇ ਗੱਲ ਕਰਦੇ ਹਾਂ। ਆਪ ਜੀ ਦੇ ਸਿਲੇਬਸ ਵਿੱਚ ਬਾਬਾ ਫਰੀਦ ਜੀ ਦੇ ਕੁੱਲ 7 ਸਲੋਕ ਸ਼ਾਮਿਲ ਹਨ। ਇਹਨਾਂ ਸਲੋਕਾਂ ਨੂੰ ਇਕੱਠੇ ਕਰਕੇ ਇਸ ਵਿੱਚ ਜੋ ਸਭ ਤੋਂ ਪਹਿਲਾ ਸਲੋਕ ਹੈ ਉਸ ਵਿਚਲੀ ਇੱਕ ਸਤਰ ਨੂੰ ਹੀ ਇਹਨਾਂ ਸਲੋਕਾਂ ਦਾ ਸਿਰਲੇਖ ਦੇ ਦਿੱਤਾ ਗਿਆ ਹੈ ਜੋ ਕਿ ਹੈ ਫਰੀਦਾ ਚੇਤੂ ਅਕਲ ਲਤੀਫ। ਵੈਸੇ ਇਹ 7 ਵੱਖਰੇ ਵੱਖਰੇ ਸਲੋਕ ਹਨ ਜਿਨ੍ਹਾਂ ਨੂੰ ਕਿ ਇਕੱਠਾ ਕੀਤਾ ਗਿਆ ਹੈ। ਤਾਂ ਆਓ ਇਹਨਾਂ ਸਲੋਕਾਂ ਦਾ ਅਧਿਐਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਹੈ ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨ ਅੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਤਾਂ ਇੱਥੇ ਬਾਬਾ ਫਰੀਦ ਜੀ ਆਪਣੇ ਆਪ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਹਨ ਕਿ ਫਰੀਦਾ ਜੇ ਤੂੰ ਅਕਲ ਲਤੀਫ ਹੈ। ਅਕਲ ਲਤੀਫ ਮਤਲਬ ਤੈਨੂੰ ਅਕਲ ਹੈ, ਤੂੰ ਸੂਝਵਾਨ ਹੈ, ਤੈਨੂੰ ਬਾਰੀਕ ਸਮਝ ਹੈ। ਤਾਂ ਕਾਲੇ ਲਿਖਣਾ ਲੇਖ, ਕਾਲੇ ਲੇਖ ਮਤਲਬ ਮਾੜੇ ਕੰਮ ਕਰਨਾ, ਤਾਂ ਤੂੰ ਮਾੜੇ ਕੰਮ ਨਾ ਕਰ। ਲੇਖ ਇੱਥੇ ਮਾਵ ਹੈ ਕੰਮ ਜਾਂ ਕਰਮ। ਆਪਨੜੇ ਗਿਰੀਵਾਨ ਮੇ, ਆਪਨੜੇ ਮਤਲਬ ਆਪਣੇ, ਗਿਰੀਵਾਨ ਮੇ ਮਤਲਬ ਬੁੱਕਲ ਵਿੱਚ, ਜਿਹਨੂੰ ਤੁਸੀਂ ਹਿੰਦੀ ਵਿੱਚ ਗਿਰੇਬਾਨ ਵੀ ਕਹਿ ਦਿੰਦੇ ਆ। ਤਾਂ ਆਪਨੜੇ ਬੁੱਕਲ ਵਿੱਚ ਆਪਣੇ ਅੰਦਰ ਸਿਰ ਨੀਵਾਂ ਕਰ ਦੇਖ, ਆਪਣਾ ਸਿਰ ਝੁਕਾ ਤੇ ਪਹਿਲਾਂ ਆਪਣੇ ਅੰਦਰ ਵੇਖ ਵੀ ਮੈਂ ਕੀ ਹਾਂ। ਤਾਂ ਦੂਸਰਿਆਂ ਨੂੰ ਬੁਰਾ ਕਹਿਣ ਤੋਂ ਪਹਿਲਾਂ, ਕਿਸੇ ਹੋਰ ਨੂੰ ਕੁਝ ਕਹਿਣ ਤੋਂ ਪਹਿਲਾਂ, ਕਿਸੇ ਦੇ ਔਗੁਣਾ ਗੁਣਾ ਤੇ ਨੁਕਤਾਚੀਨੀ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਵੇਖੋ ਕਿ ਅਸੀਂ ਕਿੰਨੇ ਕੁ ਗੁਣਵਾਨ ਹਾਂ, ਕਿ ਸਾਡੇ ਅੰਦਰ ਤਾਂ ਨਹੀਂ ਕੋਈ ਔਗੁਣ ਹੈ। ਤਾਂ ਇੱਥੇ ਬਾਬਾ ਫਰੀਦ ਜੀ ਸਾਨੂੰ ਸਵੈ ਪੜਚੋਲ ਕਰਨ ਯਾਨੀ ਕਿ ਆਪਣੇ ਆਪ ਦੀ ਪੜਚੋਲ ਕਰਨ ਅਤੇ ਨਿਮਰਤਾ ਧਾਰਨ ਕਰਨ ਲਈ ਕਹਿ ਰਹੇ ਹਨ। ਇਸ ਤੋਂ ਬਾਅਦ ਅਗਲਾ ਸਲੋਕ ਹੈ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅੱਗੇ ਨੇੜਾ ਆਇਆ ਪਿੱਛਾ ਰਿਹਾ ਦੂਰ। ਤਾਂ ਇਸ ਸਲੋਕ ਵਿੱਚ ਬਾਬਾ ਫਰੀਦ ਜੀ ਜੀਵਨ ਦੀ ਅਸਥਿਰਤਾ ਬਾਰੇ ਗੱਲ ਕਰ ਰਹੇ ਹੈ ਕਿ ਜਿਹੜਾ ਸਾਡਾ ਜੀਵਨ ਹੈ ਇਹ ਸਦਾ ਨਹੀਂ ਰਹਿਣਾ। ਮਨੁੱਖ ਇੱਥੇ ਇਸ ਦੁਨੀਆ 'ਤੇ ਕੁਝ ਸਮੇਂ ਲਈ ਹੀ ਆਇਆ ਹੈ। ਦੇਖ ਫਰੀਦਾ ਜੋ ਥੀਆ,
फरीदा तू देख जो थिया, जो हो गया है। दाड़ी होई पूर, तेरी दाड़ी पूर मतलब चिट्टी हो गई है। अगे नेड़ा आया, अगे मतलब भविख मतलब मौत का समा, वो नेड़े आ गया है। पिछा रहा दूर, पिछा मतलब जो समा बीत चुका है, तुहाडा बचपन का समा, तुहाडा जवानी का समा वो बीत चुका है, वो पिछे रह गया है, दूर हो गया है। तो हुण अग्गा मतलब मौत का समा नज़दीक आ गया है। तो इस श्लोक विच फरीद जी मनुख नूं ये जताउण की कोशिश कर रहे हैं कि जिंदगी जिहड़ी है वो बहुत छोटी है, बहुत सारी पहला ही बीत चुकी है जिहड़ी कि वापस हथ नहीं आवेगी। तो अगला यानी कि मौत जिहड़ी है वो साडे नेड़े आ रही है। इस करके इस थोड़े समय विच परमात्मा नूं याद कर लेना चाहिदा है। अगला श्लोक है, फरीदा जंगल जंगल क्या पवे, वन कंडा मुड़ोए, वसी रब हियालीए, जंगल क्या टुंडे। ਤਾਂ ਇੱਥੇ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਜੰਗਲਾਂ ਵਿੱਚ ਰੱਬ ਨੂੰ ਲੱਭਣ ਤੋਂ ਰੋਕਦੇ ਹੋਏ ਉਸ ਨੂੰ ਆਪਣੇ ਅੰਦਰ ਲੱਭਣ ਲਈ ਕਹਿ ਰਹੇ ਨੇ। ਫਰੀਦਾ ਜੰਗਲ ਜੰਗਲ ਕਿਆ ਪਵੇ, ਫਰੀਦ ਜੀ ਕਹਿ ਰਹੇ ਨੇ ਤੂੰ ਕੀ ਜੰਗਲਾਂ ਵਿੱਚ ਭੌਂਦਾ ਫਿਰਦਾ ਹੈ, ਭੌਂਦਾ ਫਿਰਦਾ ਮਤਲਬ ਘੁੰਮਦਾ ਫਿਰਦਾ ਹੈ। ਵਣ ਕੰਡਾ ਮੜੋਏ, ਵਣ ਮਤਲਬ ਜੰਗਲ, ਕੰਡਾ ਮਤਲਬ ਜਿਹੜੇ ਉੱਥੇ ਕੰਡੇ ਲੱਗੇ ਨੇ ਜਾਂ ਫੁੱਲ ਪੱਤੇ ਬੂਟੇ ਜੋ ਵੀ ਲੱਗੇ ਨੇ, ਮੜੋਏ ਉਹਨਾਂ ਨੂੰ ਮੋੜਦਾ ਪਿਆ, ਉਹਨਾਂ ਨੂੰ ਆਪਣੇ ਪੈਰਾਂ ਥੱਲੇ ਲਤਾੜਦਾ ਪਿਆ। ਵਸੀ ਰੱਬ ਹਿਆਲੀ ਹੈ, ਵਸੀ ਮਤਲਬ ਵਸਦਾ, ਰੱਬ ਹਿਆਲੀਏ ਮਤਲਬ ਹਿਰਦੇ ਦੇ ਵਿੱਚ, ਸਾਡੇ ਦਿਲ ਦੇ ਵਿੱਚ। ਜੰਗਲ ਕਿਆ ਟੁੰਡੇ, ਜੰਗਲ ਵਿੱਚ ਕਿਆ ਕੀ ਲੱਭਦਾ ਪਿਆ, ਟੁੰਡੇ ਮਤਲਬ ਲੱਭਦਾ ਪਿਆ। ਤਾਂ ਫਰੀਦ ਜੀ ਇੱਥੇ ਇਹ ਕਹਿਣਾ ਚਾਹ ਰਹੇ ਨੇ ਕਿ ਰੱਬ ਨੂੰ ਜੰਗਲਾਂ ਵਿੱਚ ਨਹੀਂ ਲੱਭਿਆ ਜਾ ਸਕਦਾ, ਰੱਬ ਮਨੁੱਖ ਦੇ ਅੰਦਰ ਹੀ ਹੈ। ਤੇ ਅਸੀਂ ਚੰਗੇ ਕਰਮ ਕਰਕੇ, ਰੱਬ ਦਾ ਭਗਤੀ ਕਰਕੇ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਅਗਲਾ ਸ਼ਲੋਕ ਹੈ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜਿਉ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਸੰਤੁਸ਼ਟੀ ਤੇ ਸੰਤੋਖ ਤੇ ਸਬਰ ਕਰਨ ਵਾਸਤੇ ਕਹਿ ਰਹੇ ਹਨ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ। ਫਰੀਦ ਜੀ ਕਹਿ ਰਹੇ ਨੇ ਕਿ ਰੁੱਖੀ ਸੁੱਖੀ ਜੋ ਵੀ ਤੇਰੇ ਕੋਲ ਹੈ, ਸਧਾਰਨ ਰੋਟੀ ਸਾਦਾ ਭੋਜਨ, ਉਹਨੂੰ ਖਾ ਕੇ ਠੰਡਾ ਪਾਣੀ ਪੀ, ਮਤਲਬ ਸਧਾਰਨ ਭੋਜਨ ਕਰਨ ਲਈ ਕਹਿ ਰਹੇ ਨੇ। ਤੇ ਫਰੀਦਾ ਦੇਖ ਪਰਾਈ ਚੋਪੜੀ, ਕਿਸੇ ਹੋਰ ਦੀ ਥਾਲੀ ਵਿੱਚ ਵਧੀਆ ਭੋਜਨ ਵੇਖ ਕੇ, ਚੋਪੜੀ ਹੋਈ ਰੋਟੀ ਵੇਖ ਕੇ, ਨਾ ਤਰਸਾਏ ਜਿਉ, ਜਿਉ ਮਤਲਬ ਮਨ ਜੀ, ਤਰਸਾਏ ਮਤਲਬ ਲਾਲਚ ਕਰਨਾ ਜਾਂ ਤਰਸਣਾ, ਵੀ ਕਿਸੇ ਹੋਰ ਦੇ ਕੋਲ ਚੰਗੀ ਚੀਜ਼ ਵੇਖ ਕੇ ਆਪਣੇ ਆਪ ਨੂੰ ਨਾ ਤਰਸਾਓ, ਜੋ ਤੁਹਾਡੇ ਕੋਲ ਹੈ ਉਸੇ ਵਿੱਚ ਖੁਸ਼ ਰਹਿਣਾ ਤੇ ਸੰਤੁਸ਼ਟ ਰਹਿਣਾ ਸਿੱਖੋ। ਤਾਂ ਇੱਥੇ ਫਰੀਦ ਜੀ ਸਾਨੂੰ ਸਬਰ, ਸੰਤੋਖ, ਸਹਿਨਸ਼ੀਲਤਾ ਤੇ ਜੋ ਵੀ ਹੈ ਉਸ ਲਈ ਰੱਬ ਦਾ ਸ਼ੁਕਰ ਕਰਕੇ ਉਸ ਨੂੰ ਖੁਸ਼ੀ ਖੁਸ਼ੀ ਅਪਣਾਉਣ, ਉਸ ਨੂੰ ਖੁਸ਼ੀ ਖੁਸ਼ੀ ਵਰਤਣ ਦਾ ਸੰਦੇਸ਼ ਦੇ ਰਹੇ ਹਨ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਨ ਤਨ ਬਿਰਹਿ ਨਾ ਉਪਜੇ, ਸੋ ਤਨ ਜਾਨ ਮਸਾਨ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਦੇ ਮਨ ਵਿੱਚ ਪਰਮਾਤਮਾ ਨੂੰ ਯਾਦ ਕਰਨ ਤੇ ਉਸ ਦੇ ਵਿਛੋੜੇ ਵਿੱਚ ਜੋ ਉਹ ਬੇਚੈਨ ਰਹਿੰਦਾ ਹੈ ਉਸ ਨੂੰ ਜ਼ਰੂਰੀ ਮੰਨਦੇ ਹਨ ਕਿ ਇਸ ਵਿਛੋੜੇ ਲਈ ਬੇਚੈਨੀ ਤੋਂ ਬਿਨਾਂ ਪਰਮਾਤਮਾ ਨਾਲ ਮਿਲਾਪ ਹੋਣਾ ਮੁਸ਼ਕਿਲ ਹੈ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਤਾਂ ਫਰੀਦ ਜੀ ਕਹਿੰਦੇ ਨੇ ਲੋਕੀ ਬਿਰਹਾ ਮਤਲਬ ਵਿਛੋੜੇ ਨੂੰ ਬਿਨਾਂ ਗੱਲ ਤੋਂ ਨਿੰਦਦੇ ਹਨ, ਬਿਨਾਂ ਗੱਲ ਤੋਂ ਬੁਰਾ ਕਹਿੰਦੇ ਹਨ। ਅਸਲ ਵਿੱਚ ਤਾਂ ਇਹ ਵਿਛੋੜਾ ਸੁਲਤਾਨ ਮਤਲਬ ਬਹੁਤ ਮਹਾਨ ਹੈ। ਫਰੀਦਾ ਜਿਨ ਤਨ ਬਿਰਹਿ ਨਾ ਉਪਜੇ, ਫਰੀਦ ਜੀ ਕਹਿੰਦੇ ਨੇ ਜਿਸ ਸਰੀਰ ਦੇ ਅੰਦਰ ਬਿਰਹਾ ਮਤਲਬ ਪਰਮਾਤਮਾ ਨਾਲ ਵਿਛੋੜੇ ਦਾ ਅਹਿਸਾਸ ਨਾ ਉਪਜੇ, ਨਾ ਪੈਦਾ ਹੋਵੇ, ਸੋ ਤਨ ਜਾਨ ਮਸਾਨ, ਉਸ ਤਨ ਨੂੰ, ਉਸ ਸਰੀਰ ਨੂੰ ਮੁਰਦਾ ਹੀ ਸਮਝਣਾ ਚਾਹੀਦਾ ਹੈ। ਤਾਂ ਇੱਥੇ ਫਰੀਦ ਜੀ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਪਰਮਾਤਮਾ ਨੂੰ ਪਾਉਣ ਲਈ ਸਭ ਤੋਂ ਪਹਿਲਾਂ ਉਸ ਦੇ ਵਿਛੋੜੇ ਦਾ ਅਹਿਸਾਸ ਪੈਦਾ ਹੋਣਾ ਜ਼ਰੂਰੀ ਹੈ। ਜੇ ਕਿਸੇ ਇਨਸਾਨ ਨੂੰ ਇਹੀ ਨਹੀਂ ਲੱਗੇਗਾ ਕਿ ਉਹ ਕਿਸੇ ਚੀਜ਼ ਤੋਂ ਦੂਰ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਿਵੇਂ ਕਰੇਗਾ। ਤਾਂ ਜਦੋਂ ਇਨਸਾਨ ਦੇ ਮਨ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ, ਬਿਰਹਾ ਦਾ ਅਹਿਸਾਸ ਪੈਦਾ ਹੋਵੇਗਾ ਤਾਂ ਹੀ ਉਹ ਵਿਅਕਤੀ ਆਪਣੇ ਗੁਰੂ ਦੀ ਮਦਦ ਨਾਲ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰੇਗਾ। ਤੇ ਜਿਸ ਮਨ ਅੰਦਰ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੈ ਉਹ ਅਸਲ ਵਿੱਚ ਮੁਰਦੇ ਦੇ ਵਾਂਗ ਹੈ।
अगला श्लोक है, फरीदा चार गवाया हंड के, चार गवाया सम, लेखा रब मंगेसीए तू आहो केरे कम। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਇਹ ਕਹਿਣਾ ਚਾਹ ਰਹੇ ਨੇ ਕਿ ਇਨਸਾਨ ਜਿਹੜਾ ਆਪਣਾ ਸਾਰਾ ਜੀਵਨ ਖਾ ਪੀ ਕੇ ਤੇ ਸੌਂ ਕੇ ਖ਼ਤਮ ਕਰ ਲੈਂਦਾ ਹੈ ਤੇ ਰੱਬ ਨੂੰ ਜਦੋਂ ਹਿਸਾਬ ਦੇਣਾ ਹੁੰਦਾ ਉਦੋਂ ਸਾਡੇ ਕੋਲ ਕੁਝ ਵੀ ਦੱਸਣ ਲਈ ਨਹੀਂ ਹੁੰਦਾ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ। ਇੱਥੇ ਫਰੀਦ ਜੀ ਦਿਨ ਦੇ 8 ਪਹਿਰਾਂ ਨੂੰ ਇੱਕ ਉਦਾਹਰਨ ਵਜੋਂ ਲੈ ਰਹੇ ਨੇ। ਇਹ ਮੰਨਿਆ ਜਾਂਦਾ ਕਿ ਇੱਕ ਪੂਰੇ 24 ਘੰਟੇ ਦੇ ਦਿਨ 'ਚ 8 ਪਹਿਰ ਹੁੰਦੇ ਨੇ। ਤਾਂ ਇੱਥੇ ਫਰੀਦ ਜੀ ਉਸ 8 ਪਹਿਰ ਨੂੰ ਪੂਰੀ ਜ਼ਿੰਦਗੀ ਨਾਲ ਤੁਲਨਾ ਦੇ ਰਹੇ ਹਨ ਕਿ ਜ਼ਿੰਦਗੀ ਦਾ ਅੱਧਾ ਸਮਾਂ, 4 ਮਤਲਬ ਅੱਧਾ ਹਿੱਸਾ ਗਵਾਏ ਹੰਡ ਕੇ, ਮਤਲਬ ਦੁਨਿਆਵੀ ਭੱਜ ਦੌੜ ਵਿੱਚ, ਹੋਰ ਚੀਜ਼ਾਂ ਦੇ ਵਿੱਚ, ਦੁਨੀਆ ਦੀਆਂ ਚੀਜ਼ਾਂ ਨੂੰ ਮਾਨਣ ਵਿੱਚ ਬਿਤਾ ਲਏ। 4 ਗਵਾਏ ਸਮ, ਤੇ ਅੱਧਾ ਹਿੱਸਾ ਆਪਣੀ ਜ਼ਿੰਦਗੀ ਦਾ ਤੂੰ ਸੌਂ ਕੇ ਗਵਾ ਲਿਆ। ਮਤਲਬ ਇਨਸਾਨ ਜਾਂ ਤਾਂ ਦੁਨਿਆਵੀ ਭੱਜ ਦੌੜ ਕਰਦਾ ਹੈ ਤੇ ਜਾਂ ਸੌਂਦਾ ਹੈ। ਲੇਖਾ ਰੱਬ ਮੰਗੇਸੀਏ ਤੂੰ ਆਹੋ ਕੇਰੇ ਕੰਮ। ਤਾਂ ਫਰੀਦ ਜੀ ਕਹਿੰਦੇ ਨੇ ਮਨੁੱਖ ਨੂੰ ਜਦੋਂ ਮੌਤ ਤੋਂ ਬਾਅਦ ਰੱਬ ਤੇਰੇ ਤੋਂ ਲੇਖਾ ਮੰਗੇਗਾ, ਹਿਸਾਬ ਮੰਗੇਗਾ, ਮੰਗੇਸੀਆ ਮੰਗੇਗਾ, ਤਾਂ ਆਹੋ ਕੇਰੇ ਕੰਮ, ਤਾਂ ਉਹ ਪਰਮਾਤਮਾ ਨੂੰ ਤੂੰ ਕੀ ਦੱਸੇਗਾ ਕਿ ਮੈਂ ਦੁਨੀਆ 'ਤੇ ਕਿਹੜੇ ਕੰਮ ਕਰਕੇ ਆਇਆ, ਕੀ ਕਰਕੇ ਆਇਆ। ਅਤੇ ਪਰਮਾਤਮਾ ਜਦੋਂ ਮਨੁੱਖ ਨੂੰ ਪੁੱਛੇਗਾ ਕਿ ਤੂੰ ਦੁਨੀਆ 'ਤੇ ਕਿਹੜੇ ਕੰਮ ਕਰਕੇ ਆਇਆ, ਤਾਂ ਮਨੁੱਖ ਨੂੰ ਉਸਨੂੰ ਪਰਮਾਤਮਾ ਨੂੰ ਦੱਸਣ ਵਾਸਤੇ ਕੁਝ ਵੀ ਨਹੀਂ ਹੋਵੇਗਾ। ਤਾਂ ਇੱਥੇ ਫਰੀਦ ਜੀ ਮਨੁੱਖ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਦੁਨਿਆਵੀ ਭੱਜ ਦੌੜ ਅਤੇ ਸੌਣ ਤੋਂ ਇਲਾਵਾ ਪਰਮਾਤਮਾ ਦੀ ਭਗਤੀ ਕਰਨ ਲਈ ਵੀ ਸਾਨੂੰ ਸਮਾਂ ਕੱਢਣਾ ਚਾਹੀਦਾ ਹੈ। ਦਿਨ ਦੇ 8 ਪਹਿਰਾਂ ਵਿੱਚੋਂ ਜੇ ਕੁਝ ਪਹਿਰ ਅਸੀਂ ਪਰਮਾਤਮਾ ਦੀ ਭਗਤੀ ਨੂੰ ਨਹੀਂ ਦਿੰਦੇ ਤਾਂ ਮੌਤ ਤੋਂ ਬਾਅਦ ਪਰਮਾਤਮਾ ਨੂੰ ਹਿਸਾਬ ਦੇਣਾ ਸਾਡੇ ਲਈ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਅਗਲਾ ਸ਼ਲੋਕ ਹੈ, ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਵੀ ਤਨ ਹੋਸੀ ਖੇ। ਤਾਂ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਮੌਤ ਦੀ ਅਟਲਤਾ ਦੀ ਗੱਲ ਕਰਦੇ ਨੇ ਕਿ ਜਿਹੜਾ ਮਨੁੱਖੀ ਸਰੀਰ ਹੈ ਇਸਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ, ਇਹ ਨਾਸ਼ਮਾਨ ਹੈ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਦੇਹ ਮਤਲਬ ਸਰੀਰ ਜਿਹੜਾ ਹੈ ਕੰਬਣ ਲੱਗ ਗਿਆ ਹੈ। ਜੇ 100 ਵਰਿਆਂ ਜੀਵਣਾ ਵੀ ਤਨ ਹੋਸੀ ਖੇ। ਉਹ ਕਹਿੰਦੇ ਨੇ ਜੇ ਮਨੁੱਖ 100 ਵਰੇ ਵੀ ਜੀਵੇ, 100 ਸਾਲ ਵੀ ਜੀਵੇ ਤਾਂ ਵੀ ਤਨ ਹੋਸੀ ਖੇ, ਤਾਂ ਵੀ ਅੰਤ ਵਿੱਚ ਇੱਕ ਦਿਨ ਇਸ ਸਰੀਰ ਨੇ, ਇਸ ਤਨ ਨੇ ਖੇ ਮਤਲਬ ਮਿੱਟੀ ਹੀ ਹੋਣਾ ਹੈ। ਤਾਂ ਕੋਈ ਮਨੁੱਖ ਘੱਟ ਸਾਲ ਜਿੰਦਾ ਹੈ, ਕੋਈ ਥੋੜ੍ਹਾ ਜਿਹਾ ਜ਼ਿਆਦਾ ਸਾਲ ਜਿੰਦਾ ਹੈ, ਪਰ ਅੰਤ ਵਿੱਚ ਹਰ ਮਨੁੱਖ ਦਾ ਸਰੀਰ ਜਿਹੜਾ ਖਤਮ ਹੋਣਾ ਹੀ ਹੋਣਾ ਹੈ, ਉਸਨੇ ਮਿੱਟੀ ਵਿੱਚ ਰਲਣਾ ਹੀ ਰਲਣਾ ਹੈ। ਇਹ ਨਹੀਂ ਹੋ ਸਕਦਾ ਵੀ ਕੋਈ ਮਨੁੱਖ ਸਦਾ ਲਈ ਹੀ ਇਸ ਦੁਨੀਆ ਉੱਤੇ ਜੀਵਤ ਰਵੇ। ਤਾਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਸਰੀਰ ਢਲਦਾ ਜਾਂਦਾ ਹੈ ਅਤੇ ਆਖਿਰ ਵਿੱਚ ਸਰੀਰ ਜਿਹੜਾ ਹੈ ਮਿੱਟੀ ਵਿੱਚ ਮਿਲਦਾ ਹੈ। ਹਰ ਇੱਕ ਨੇ ਇੱਥੋਂ ਇੱਕ ਦਿਨ ਜਾਣਾ ਹੈ, ਕੋਈ ਵੀ ਇੱਥੇ ਸਦਾ ਲਈ ਸਥਿਰ ਨਹੀਂ ਹੈ। ਤਾਂ ਇਹ ਤਾਂ ਸੀ ਬਾਬਾ ਫਰੀਦ ਜੀ ਦੇ ਸ਼ਲੋਕ। ਤਾਂ ਇਹਨਾਂ ਸਾਰੇ ਸ਼ਲੋਕਾਂ ਵਿੱਚ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਮਨੁੱਖ ਮਾੜੇ ਕੰਮਾਂ ਵੱਲ ਨਾ ਵੇਖੇ, ਸਗੋਂ ਆਪਣੇ ਅੰਦਰ ਵੇਖੇ ਅਤੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੇ। ਦੁਨੀਆ ਵਿੱਚ ਰਹਿੰਦੇ ਹੋਏ ਚੰਗੇ ਕੰਮ ਕਰੇ, ਪਰਮਾਤਮਾ ਦੀ ਭਗਤੀ ਕਰੇ ਅਤੇ ਪਰਮਾਤਮਾ ਨੂੰ ਲੱਭਣ ਲਈ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ, ਬਲਕਿ ਮਨੁੱਖ ਪਰਮਾਤਮਾ ਨੂੰ ਆਪਣੇ ਅੰਦਰ ਹੀ ਪ੍ਰਾਪਤ ਕਰ ਸਕਦਾ ਹੈ। ਅਤੇ ਜਿਹੜੇ ਮਨੁੱਖ ਅੰਦਰ ਪਰਮਾਤਮਾ ਨੂੰ ਪਾਉਣ ਦੀ ਲਗਨ ਨਹੀਂ ਹੈ, ਉਸਨੂੰ ਇਹ ਇੱਛਾ ਹੀ ਨਹੀਂ ਹੈ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ, ਉਹ ਮਨੁੱਖ ਮੁਰਦੇ ਦੇ ਸਮਾਨ ਹੁੰਦਾ ਹੈ। ਅਤੇ ਜਿਹੜਾ ਮਨੁੱਖ ਹੈ ਉਹ ਆਪਣੀ ਪੂਰੀ ਜ਼ਿੰਦਗੀ ਖਾ ਪੀ ਕੇ ਅਤੇ ਸੌਂ ਕੇ ਗਵਾ ਲੈਂਦਾ ਹੈ ਅਤੇ ਪਰਮਾਤਮਾ ਦੀ ਭਗਤੀ ਵੱਲ ਧਿਆਨ ਹੀ ਨਹੀਂ ਦਿੰਦਾ, ਅਤੇ ਅੰਤ ਵਿੱਚ ਉਸਨੂੰ ਰੱਬ ਨੂੰ ਜਦੋਂ ਹਿਸਾਬ ਦੇਣਾ ਪੈਂਦਾ ਉਦੋਂ ਉਸ ਕੋਲ ਦੱਸਣ ਲਈ ਕੁਝ ਵੀ ਨਹੀਂ ਹੁੰਦਾ। ਤਾਂ ਇਹ ਦੁਨੀਆ ਵਿੱਚ ਜੋ ਵੀ ਪੈਦਾ ਹੋਇਆ ਹੈ ਉਸਨੇ ਇੱਕ ਦਿਨ ਅੰਤ ਵਿੱਚ ਜ਼ਰੂਰ ਹੀ ਮੌਤ ਦੇ ਹਵਾਲੇ ਹੋਣਾ ਹੈ। ਕੋਈ ਵੀ ਇਸ ਦੁਨੀਆ ਵਿੱਚ ਸਦਾ ਲਈ ਜੀਵਿਤ ਨਹੀਂ ਰਹਿ ਸਕਦਾ। ਤਾਂ ਇਹ ਤਾਂ ਸੀ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਅਧਿਐਨ। ਇਹਨਾਂ ਦਾ ਅਭਿਆਸ ਅਸੀਂ ਇਸੇ ਵੀਡੀਓ ਦੇ ਭਾਗ 2 ਵਿੱਚ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਅਧਿਐਨ ਸਮਝ ਆ ਗਿਆ ਹੋਵੇਗਾ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਇਸ ਦਾ ਭਾਗ 2 ਲੈ ਕੇ, ਜਿਸ ਵਿੱਚ ਕਿ ਅਸੀਂ ਇਸ ਦਾ ਅਭਿਆਸ ਹੱਲ ਕਰਾਂਗੇ, ਜਲਦੀ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।